ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਤਿਹ ਐਡੂਕਾਮ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਨੈਕਸਟ ਟੌਪਿਕ ਅਸੀਂ ਟੈਕਸੇਸ਼ਨ ਰਿਫਾਰਮਸ ਦੇ ਬਾਰੇ ਕਰਾਂਗੇ। ਇਹ ਵੀ ਕਾਫੀ ਇੰਪੋਰਟੈਂਟ ਹੈ ਬਟ ਇਹਦੇ ਵਿੱਚ ਸਿਰਫ 2-3 ਕਮੇਟੀਜ਼ ਨੇ ਜਿਹੜੀਆਂ ਆਪਾਂ ਡਿਸਕਸ ਕਰਾਂਗੇ। ਬਟ ਜੋ ਯਾਦ ਕਰਨ ਲਾਇਕ ਚੀਜ਼ ਹੈਗੀ ਆ ਉਹ ਹੈਗੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਵਾਲਾ ਰਿਫਾਰਮ ਜਿਹੜਾ ਆ ਇਹ ਕਿਹੜੀ ਕਮੇਟੀ ਨੇ ਸੁਜੈਸਟ ਕੀਤਾ ਸੀਗਾ, ਠੀਕ ਹੈ। ਬਿਕੋਜ਼ ਕਮੇਟੀਜ਼ ਤਾਂ ਇੱਕ ਆਪਾਂ ਐਲਕੇ ਜਾ ਆ, ਇੱਕ ਰਾਜਾ ਚਲਈਆ ਕਮੇਟੀ ਹੈ ਤੇ ਇੱਕ ਵਿਜੇ ਕੇਲਕਰ ਕਮੇਟੀ ਹੈ। ਇਹੀ ਕਮੇਟੀਜ਼ ਆਪਾਂ ਡਿਸਕਸ ਕਰਨੀਆਂ ਨੇ ਬਟ ਇਹਨਾਂ ਦੇ ਜਿਹੜੇ ਰਿਫਾਰਮ ਸੀਗੇ ਕਾਫੀ ਇੰਪੋਰਟੈਂਟ ਸੀਗੇ, ਰਾਈਟ। ਸੋ ਉਸ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਤਾਂ ਸਪੋਰਟ ਜ਼ਰੂਰ ਕਰੋ, ਜੁਆਇਨ ਕਰਕੇ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ, ਲਾਈਕ ਕਰੋ ਵੀਡੀਓਜ਼ ਨੂੰ ਔਰ ਸ਼ੇਅਰ ਵੀ ਕਰੋ। ਸੋ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਟੈਕਸੇਸ਼ਨ ਜਿਹੜੀ ਆਪਾਂ ਕੱਲ ਪੜ੍ਹਿਆ ਸੀਗਾ, ਰਾਈਟ। ਟੈਕਸੇਸ਼ਨ ਦੇ ਬਾਰੇ ਸਾਰਾ ਕੁਛ ਔਰ ਤੁਸੀਂ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਵੀ ਕੀਤਾ ਵੀਡੀਓ ਨੂੰ, ਜੇ ਤੁਹਾਨੂੰ ਬੜਾ ਅੱਛੀ ਤਰ੍ਹਾਂ ਸਮਝ ਆਈ ਹੈ। ਸੋ ਤੁਹਾਨੂੰ ਇੱਦਾਂ ਹੀ ਮੈਂ ਸਮਝਾਵਾਂਗੀ ਫਿਰ ਜੇ ਤੁਹਾਨੂੰ ਇਸ ਤਰ੍ਹਾਂ ਸਮਝ ਆਉਂਦੀ ਹੈ। ਸੋ ਟੈਕਸੇਸ਼ਨ ਜਿਹੜੀ ਹੈ ਇਹ ਕਿਉਂ ਇੰਪੋਰਟੈਂਟ ਆ, ਠੀਕ ਹੈ। ਸਭ ਤੋਂ ਪਹਿਲੀ ਗੱਲ ਤੇ ਇਹ ਗਵਰਨਮੈਂਟ ਨੂੰ ਉਹਦੀਆਂ ਇਕਨੋਮਿਕ ਪੋਲਿਸੀਜ਼ ਨੂੰ ਫਰੇਮ ਕਰਨ ਦੇ ਵਿੱਚ ਹੈਲਪ ਕਰਦੀ ਆ, ਰਾਈਟ। ਤੇ ਦੂਸਰੀ ਗੱਲ ਫਰੇਮ ਕਰਨ ਦੇ ਨਾਲ ਨਾਲ ਜਿਵੇਂ ਸਭ ਤੋਂ ਜਿਹੜਾ ਮੇਜਰ ਸੋਰਸ ਹੈ ਗਵਰਨਮੈਂਟ ਨੂੰ ਜਿਹੜਾ ਰੈਵਨਿਊ ਦਾ ਸੋਰਸ ਹੈ ਉਹ ਟੈਕਸ ਤੋਂ ਹੀ ਆਉਂਦਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਟੈਕਸੇਸ਼ਨ ਦੀ ਵਜ੍ਹਾ ਦੇ ਨਾਲ ਹੀ ਗਰੋਥ ਹੁੰਦੀ ਹੈ, ਟੈਕਸੇਸ਼ਨ ਦੀ ਵਜ੍ਹਾ ਦੇ ਨਾਲ ਹੀ ਰੀਡਿਸਟ੍ਰੀਬਿਊਸ਼ਨ ਹੁੰਦੀ ਹੈ ਵੈਲਥ ਦੀ, ਰਾਈਟ। ਰੀਡਿਸਟ੍ਰੀਬਿਊਸ਼ਨ ਦਾ ਮਤਲਬ ਕੀ ਹੁੰਦਾ ਆ ਕਿ ਜਿਹੜਾ ਪੈਸਾ ਅਮੀਰ ਲੋਕਾਂ ਤੋਂ ਆਇਆ ਆ ਜਾਂ ਹਾਈ ਇਨਕਮ ਅਰਨਿੰਗ ਲੋਕਾਂ ਤੋਂ, ਓਬਵੀਅਸਲੀ ਟੈਕਸ ਜਿਹੜਾ ਆ ਹਾਇਰ ਇਨਕਮ ਅਰਨਿੰਗ ਜ਼ਿਆਦਾ ਲੋਕੀ ਉਹੀ ਪੇ ਕਰਦੇ ਨੇ, ਠੀਕ ਹੈ। ਅਦਰ ਦੈਨ ਜਿਹੜਾ ਇਨਡਾਇਰੈਕਟ ਟੈਕਸ ਅਗਰ ਆਪਾਂ ਉਹਦੀ ਗੱਲ ਨਾ ਕਰੀਏ। ਸੋ ਅਮੀਰ ਲੋਕਾਂ ਦਾ ਪੈਸਾ ਜਿਹੜਾ ਆ ਉਹ ਟ੍ਰਾਂਸਫਰ ਹੋ ਕੇ ਜਦੋਂ ਗਰੀਬ ਲੋਕਾਂ ਤੱਕ ਪਹੁੰਚਦਾ ਆ ਇਨ ਦਾ ਫਾਰਮ ਆਫ ਵੈਲਫੇਅਰ ਸਕੀਮਸ, ਠੀਕ ਹੈ। ਜਿਵੇਂ ਵੈਲਫੇਅਰ ਸਕੀਮਸ ਆਉਂਦੀਆਂ ਨੇ, ਸੋ ਉਹਦੇ ਥਰੂ ਜਦੋਂ ਟੈਕਸੇਸ਼ਨ ਦਾ ਪੈਸਾ ਗਰੀਬ ਲੋਕਾਂ ਤੱਕ ਪਹੁੰਚਦਾ ਆ ਉਹਨੂੰ ਆਪਾਂ ਕਹਿੰਦੇ ਆ ਰੀਡਿਸਟ੍ਰੀਬਿਊਸ਼ਨ ਆਫ ਵੈਲਥ, ਰਾਈਟ। ਸੋ ਟੈਕਸੇਸ਼ਨ ਜਿਹੜੀ ਹੈ ਰੀਡਿਸਟ੍ਰੀਬਿਊਸ਼ਨ 'ਚ ਹੈਲਪ ਕਰਦੀ ਆ। ਦੈਨ ਉਸ ਤੋਂ ਬਾਅਦ ਜਿਹੜੇ ਵੀਕ ਲੋਕ ਹੁੰਦੇ ਨੇ, ਪਛੜੇ ਹੋਏ ਲੋਕ ਹੁੰਦੇ ਨੇ, ਉਹਨਾਂ ਦੇ ਸਟੈਂਡਰਡ ਨੂੰ ਉੱਚਾ ਚੁੱਕਣ ਵਾਸਤੇ ਹੈਲਪ ਕਰਦੀ ਆ। ਉਹਨਾਂ ਵਾਸਤੇ ਆਪਾਂ ਸਕੀਮਸ ਬਣਾਉਂਦੇ ਆ ਫਿਰ, ਠੀਕ ਹੈ। ਸੋ ਇਹ ਪੈਸਾ ਸਰਕਾਰ ਨੂੰ ਸਾਰਾ ਟੈਕਸ ਤੋਂ ਹੀ ਆਉਂਦਾ ਆ, ਹੈ ਨਾ, ਭਾਵੇਂ ਉਹ ਡਾਇਰੈਕਟ ਹੋਵੇ ਭਾਵੇਂ ਉਹ ਇਨਡਾਇਰੈਕਟ ਟੈਕਸ ਹੋਵੇ। ਦੈਨ ਉਸ ਤੋਂ ਬਾਅਦ ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਹੁੰਦੀਆਂ ਨੇ ਜਿਵੇਂ MSMEs ਵਗੈਰਾ ਹੋ ਗਏ, ਹੈ ਨਾ। ਦੈਨ ਉਸ ਤੋਂ ਬਾਅਦ ਆ ਜਿਹੜੀਆਂ ਹੈਂਡੀਕ੍ਰਾਫਟਸ ਵਗੈਰਾ ਸਾਰੀਆਂ ਇਹਦੇ ਵਿੱਚ ਹੀ ਆਉਂਦੀਆਂ ਆ। ਸੋ ਇਹਨਾਂ ਨੂੰ ਉੱਪਰ ਇਹਨਾਂ ਦਾ ਸਤਰ ਜਿਹੜਾ ਉੱਪਰ ਚੁੱਕਣ 'ਤੇ ਵੀ ਜਿਹੜਾ ਇਹ ਹੈਲਪ ਕਰਦਾ ਹੈ ਟੈਕਸੇਸ਼ਨ, ਰਾਈਟ। ਦੈਨ ਉਸ ਤੋਂ ਬਾਅਦ ਜਿਹੜੇ ਸਿਨ ਗੁੱਡਸ ਹੁੰਦੇ ਨੇ ਜਾਂ ਲਗਜ਼ਰੀ ਗੁੱਡਸ ਹੁੰਦੇ ਨੇ, ਜਿਵੇਂ ਲਗਜ਼ਰੀ ਗੁੱਡਸ ਤੁਹਾਨੂੰ ਪਤਾ ਹੀ ਆ ਜਿਹੜੀਆਂ ਗੱਡੀਆਂ ਗੁੱਡੀਆਂ ਮਹਿੰਗੀਆਂ ਹੁੰਦੀਆਂ ਨੇ, ਹੈ ਨਾ, ਜਾਂ ਮਹਿੰਗੀਆਂ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਵਾਈਟ ਗੁੱਡਸ ਹੁੰਦੇ ਨੇ, AC ਵਗੈਰਾ। ਸੋ ਉਹਨਾਂ ਦੇ ਉੱਤੇ ਵੀ ਜਿਹੜਾ ਟੈਕਸ ਹੈ ਉਹ ਜ਼ਿਆਦਾਤਰ ਇਸੇ ਕਰਕੇ ਰੇਜ਼ ਕੀਤਾ ਜਾਂਦਾ ਆ ਤਾਂ ਕਿ ਇੱਕ ਤਾਂ ਜਿਵੇਂ ਹੁਣ AC ਹੈ ਨਾ, ਉਹਦੇ ਉੱਤੇ ਟੈਕਸ ਜ਼ਿਆਦਾ ਕਿਉਂ ਲਗਾਉਣਗੇ ਬਿਕੋਜ਼ AC ਵਗੈਰਾ ਜਿਹੜੇ ਪੋਲਿਊਟ ਵੀ ਤੇ ਕਰਦੇ ਆ এনवायरमेंट ਨੂੰ, ਹੈ ਨਾ। ਸੋ ਉਸ ਚੀਜ਼ ਨੂੰ ਵੀ ਪ੍ਰੀਵੈਂਟ ਕੀਤਾ ਜਾ ਸਕਦਾ ਐਂਡ ਪਲੱਸ ਜਿਹੜਾ ਸਰਕਾਰ ਨੂੰ ਰੈਵਨਿਊ ਵੀ ਇੱਥੇ ਆਏਗਾ। ਐਂਡ ਦੂਸਰੀ ਗੱਲ ਇਸ ਚੀਜ਼ ਨੂੰ ਜਿਹੜਾ ਡਿਸਕਰੇਜ ਕੀਤਾ ਜਾਂਦਾ ਹੈ ਇਹਨਾਂ ਦਾ ਟੈਕਸ ਉੱਪਰ ਰੱਖ ਕੇ ਕਿ ਲੋਕੀ ਘੱਟ ਤੋਂ ਘੱਟ ਲੈਣ, ਠੀਕ ਹੈ। ਸੋ ਲਗਜ਼ਰੀ ਬੇਸਿਕ ਸਾਡੀ ਨੀਡ ਕੀ ਹੈ, ਫੂਡ ਕਲੋਥ ਸ਼ੈਲਟਰ, ਹੈ ਨਾ, ਪਰ ਆਪਾਂ ਉੱਥੋਂ ਤੱਕ ਸੀਮਤ ਨਹੀਂ ਰਹਿੰਦੇ। ਆਪਾਂ ਆਪਣੀਆਂ ਜਿਹੜੀਆਂ ਇੱਛਾਵਾਂ ਉਹਨਾਂ ਨੂੰ ਬਹੁਤ ਜ਼ਿਆਦਾ ਬਿਯੋਂਡ ਉਹਦੇ ਲੈ ਕੇ ਜਾਂਦੇ ਹਾਂ ਬੇਸਿਕ ਨੀਡਸ 'ਤੇ, ਹੈ ਨਾ। ਸੋ ਇਸੇ ਕਰਕੇ ਸਰਕਾਰ ਜਿਹੜੀ ਉਹਦੇ ਉੱਤੇ ਟੈਕਸ ਪਾਉਂਦੀ ਹੈ ਤਾਂ ਕਿ ਲੋਕੀ ਜਿਹੜੇ ਡਿਸਕਰੇਜ ਹੋਣ ਇਹਨਾਂ ਚੀਜ਼ਾਂ ਦੇ ਉੱਤੇ ਪੈਸਾ ਖਰਚਣ ਨੂੰ। ਸਿਨ ਗੁੱਡਸ ਕੀ ਹੁੰਦੇ ਆ, ਤੰਬਾਕੂ ਵਗੈਰਾ, ਹੈ ਨਾ, ਮਤਲਬ ਲੋਕੀ ਜਿਹੜੇ ਆ ਤੰਬਾਕੂ ਵਗੈਰਾ ਨਾ ਲੈਣ ਬਟ ਕਈ ਜਿਹੜੇ ਆ ਸਾਡੇ ਵਾਂਗੂ ਸੋਚ ਲੈਂਦੇ, ਜਿਵੇਂ ਅਸੀਂ ਕਹਿੰਦੇ ਆ ਕਿ ਪੈਟਰੋਲ ਜਿਹੜਾ 100 ਰੁਪਏ ਦਾ ਹੋ ਗਿਆ ਫਿਰ ਕੀ ਹੋਇਆ ਸੀ ਤਾਂ 100 ਦਾ ਹੀ ਭਰਵਾਉਣਾ, ਤੇ ਫਿਰ ਉਹ ਵੀ ਸੋਚ ਲੈਂਦੇ ਚੱਲ ਕੋਈ ਨਹੀਂ ਆਪਾਂ ਇੱਕੋ ਹੀ ਡੱਬੀ ਲੈਣੀ ਹੈ, ਕੋਈ ਗੱਲ ਨਹੀਂ। ਸੋ ਹੈ ਤਾਂ ਗਵਰਨਮੈਂਟ ਦੀ ਤਾਂ ਜਿਹੜਾ ਇਰਾਦਾ ਹੈ ਉਹ ਤਾਂ ਇਹੀ ਹੈ ਨਾ ਵੀ ਇਹਨੂੰ ਡਿਸਕਰੇਜ ਕੀਤਾ ਜਾਏ ਕਿਸੇ ਤਰ੍ਹਾਂ, ਰਾਈਟ। ਦੈਨ ਇਸ ਤੋਂ ਇਲਾਵਾ ਇਨਫਰਾਸਟਰਕਚਰ ਦੇ ਉੱਤੇ ਸਰਕਾਰ ਪੈਸਾ ਖਰਚ ਕਰਦੀ ਆ, ਰੋਡਸ ਕੰਸਟਰਕਟ ਕਰਵਾਉਂਦੀ ਹੈ, ਰੇਲਵੇਜ਼ ਵਗੈਰਾ ਦੇ ਉੱਤੇ, ਠੀਕ ਹੈ, ਉਹਨੂੰ ਕਰਦੀ ਆ। ਸੋ ਇਨਇਕੁਐਲਿਟੀਜ਼ ਜਿਹੜੀਆਂ ਹੁੰਦੀਆਂ ਨੇ ਪੂਰਾ ਆਪਣਾ ਸਮਾਜ ਦੇ ਵਿੱਚ ਉਹਨੂੰ ਦੂਰ ਹਟਾਉਣ ਵਾਸਤੇ ਟੈਕਸੇਸ਼ਨ ਜਿਹੜੀ ਹੈ ਪੋਲਿਸੀ ਲਿਆਂਦੀ ਜਾਂਦੀ ਹੈ ਜਾਂ ਇਕਨੋਮਿਕ ਪੋਲਿਸੀ ਦੇ ਵਿੱਚ ਹੈਲਪ ਕਰਦਾ ਹੈ। ਦੈਨ ਉਸ ਤੋਂ ਬਾਅਦ ਫਿਰ ਇੱਕ ਸੇਵਿੰਗ ਦੀ ਹੈਬਿਟ ਇਨਕਲਕੇਟ ਕਰਦੇ ਆ ਟੈਕਸਿਸ, ਰਾਈਟ। ਕਿਉਂਕਿ ਜਿਹੜਾ ਬੰਦਾ ਹੁਣ ਜੌਬ ਕਰਦਾ ਉਹਨੇ ਟੈਕਸ ਤਾਰਨਾ ਹੈ ਤੇ ਉਹ ਕੀ ਚਾਹੇਗਾ ਕਿ ਘੱਟ ਤੋਂ ਘੱਟ ਮੈਂ ਟੈਕਸ ਜਿਹੜਾ ਸਰਕਾਰ ਨੂੰ ਦੇਵਾਂ, ਤੇ ਫਿਰ ਉਹ ਕੀ ਕਰਦਾ ਆ, ਫਿਰ ਉਹ ਸੇਵਿੰਗ ਜਿਹੜੀਆਂ ਸਕੀਮਸ ਹੁੰਦੀਆਂ ਜਿਵੇਂ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੋ ਗਏ, ਕਿਸਾਨ ਵਿਕਾਸ ਪੱਤਰ ਹੋ ਗਏ, ਠੀਕ ਹੈ, ਉਹਨਾਂ ਦੇ ਵਿੱਚ ਪੈਸਾ ਜਿਹੜਾ ਆ ਉਹ ਇਨਵੈਸਟ ਕਰਦੇ ਆ। ਬਿਕੋਜ਼ ਇਹਦੇ ਵਿੱਚ ਕੀ ਹੁੰਦਾ, ਇਹਨਾਂ ਸਕੀਮਸ ਦੇ ਵਿੱਚ ਜਦੋਂ ਅਸੀਂ ਪੈਸਾ ਇਨਵੈਸਟ ਕਰਦੇ ਹਾਂ ਤੇ IT ਐਕਟ 1961 ਦੇ ਤਹਿਤ ਸਾਨੂੰ ਕਈ ਤਰ੍ਹਾਂ ਦੀਆਂ ਉਹਦੇ ਵਿੱਚ ਜਿਹੜੀਆਂ ਡਿਡਕਸ਼ਨਸ ਮਿਲ ਜਾਂਦੀਆਂ, ਕਈ ਤਰ੍ਹਾਂ ਦੇ ਕਲੇਮਸ ਆਪਾਂ ਲੈ ਲੈਂਦੇ ਹਾਂ, ਠੀਕ ਹੈ, ਜਿਹਦੇ ਨਾਲ ਸਾਨੂੰ ਟੈਕਸ ਡਿਡਕਸ਼ਨਸ ਮਿਲਦੀਆਂ ਨੇ। ਸੋ ਉਹਦੇ ਨਾਲ ਕੀ ਹੁੰਦਾ, ਅਲਟੀਮੇਟਲੀ ਸਾਡੇ 'ਚ ਇੱਕ ਸੇਵਿੰਗ ਦੀ ਹੈਬਿਟ ਜਿਹੜੀ ਹੈ ਡਿਵੈਲਪ ਹੁੰਦੀ ਹੈ ਕਿ ਸਾਡਾ ਪੈਸਾ ਜਿਹੜਾ ਸੇਵ ਹੋ ਰਿਹਾ ਹੈ ਨਾ। ਔਰ ਹੁਣ ਜਿੱਦਾਂ ਹੁਣ ਕੋਵਿਡ ਚੱਲਦਾ ਪਿਆ ਹੈ, ਸੋ ਇਹਦੇ ਇਸ ਕੇਸ ਦੇ ਵਿੱਚ ਆਪਾਂ ਕੀ ਆ ਫਿਰ ਉਹੋ ਜਿਹਾ ਪੈਸਾ
ਆਪਣੀ ਸੇਵਿੰਗ ਦਾ ਆਪਣੇ ਲਈ ਵਰਤਦੇ ਆ, ਹੈ ਨਾ, ਸਾਨੂੰ ਸਰਕਾਰ ਤੇ ਦੇਣ ਨਹੀਂ ਆਈ। ਫਿਰ ਉਸ ਤੋਂ ਬਾਅਦ ਹੈਲਥ ਵਗੈਰਾ ਵਰਗੇ ਸੈਕਟਰ, ਐਜੂਕੇਸ਼ਨ ਵਗੈਰਾ ਸੈਕਟਰ, ਠੀਕ ਹੈ, ਇਹਨਾਂ ਚੀਜ਼ਾਂ ਦੇ ਉੱਤੇ ਪੈਸਾ ਜਿਹੜਾ ਸਰਕਾਰ ਲਾਉਂਦੀ ਆ। ਤੇ ਦੈਨ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਜਿਹੜੀਆਂ ਆਪਾਂ ਸੈਲਰੀਜ਼ ਵਗੈਰਾ ਸਰਕਾਰ ਤੋਂ ਲੈਂਦੇ ਆ, ਪੈਨਸ਼ਨ ਲੈਂਦੇ ਆ, ਸੋ ਉਹ ਵੀ ਕਿੱਥੋਂ ਆਉਂਦੀਆਂ ਨੇ? ਟੈਕਸ ਤੋਂ। ਸੋ ਮੇਜਰ ਰੈਵਨਿਊ ਦਾ ਸੋਰਸ ਹੀ ਸਰਕਾਰ ਦਾ ਜਿਹੜਾ ਟੈਕਸ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਕਮੇਟੀ। ਸੋ ਪ੍ਰੀ ਲਿਬਰਲਾਈਜੇਸ਼ਨ ਐਰਾ ਦੀ ਪਹਿਲਾਂ ਗੱਲ ਕਰਾਂਗੇ 1991 ਤੋਂ ਪਹਿਲਾਂ, ਠੀਕ ਹੈ। ਲਿਬਰਲਾਈਜੇਸ਼ਨ ਕਦੋਂ ਹੋਈ ਸੀ? 1991 ਦੇ ਵਿੱਚ, ਜਦੋਂ LPG ਰਿਫਾਰਮਸ ਆਏ ਸੀਗੇ। ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਜਿਹਦੇ ਵਿੱਚ ਇਹਨਾਂ ਨੇ ਇੰਸਪੈਕਟਰ ਰਾਜ ਖਤਮ ਕੀਤਾ ਸੀ, ਹੈ ਨਾ। ਜਦੋਂ ਆਪਾਂ ਇੰਡਸਟਰੀਅਲ ਲਾਇਸੈਂਸਿੰਗ ਪੋਲਿਸੀ ਦੇ ਬਾਰੇ ਪੜਾਂਗੇ ਤੇ ਥੋੜਾ ਜਿਹਾ ਉਹਦੇ ਵਿੱਚ ਪੜਾਂਗੇ ਹਿਸਟਰੀ ਦੇ ਬਾਰੇ। ਸੋ ਲਿਬਰਲਾਈਜੇਸ਼ਨ ਤੋਂ ਪਹਿਲਾਂ ਯਾਨੀ ਕਿ 1991 ਤੋਂ ਪਹਿਲਾਂ ਟੈਕਸ ਸਟਰਕਚਰ ਕੀ ਸੀਗਾ ਇੰਡੀਆ ਦਾ ਕਿ ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਸੀ, ਠੀਕ ਹੈ। ਆਪਾਂ ਪੜ੍ਹਿਆ ਸੀ ਕੱਲ੍ਹ ਕਿ ਪ੍ਰੋਗਰੈਸਿਵ ਸਟਰਕਚਰ ਕੀ ਹੁੰਦਾ ਹੈ, ਜਿਵੇਂ ਕਿ ਇਨਕਮ ਵੱਧਦੀ ਜਾਂਦੀ ਆ, ਵੈਲਥ ਤੁਹਾਡੀ ਵੱਧਦੀ ਜਾਂਦੀ ਹੈ, ਤਿਵੇਂ ਤੁਹਾਡਾ ਟੈਕਸ ਵੀ ਵੱਧਦੀ ਜਾਂਦਾ ਹੈ ਨਾਲ ਨਾਲ, ਰਾਈਟ। ਸੋ ਬਹੁਤ ਹੀ ਜ਼ਿਆਦਾ, ਬਿਕੋਜ਼ ਉਦੋਂ ਜ਼ਿਆਦਾਤਰ ਚੀਜ਼ਾਂ ਕੀ ਸੀਗਾ, ਸਰਕਾਰ ਦੇ ਹੱਥ 'ਚ ਸੀ। ਸੋ ਰੈਵਨਿਊ ਦਾ ਅਲਟੀਮੇਟਲੀ ਸੋਰਸ ਕੀ ਸੀਗਾ? ਟੈਕਸ ਸੀ। ਸੋ ਸਰਕਾਰ ਨੂੰ ਸੀਗਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਰੈਵਨਿਊ ਜਨਰੇਟ ਕੀਤਾ ਜਾ ਸਕੇ। ਤੇ ਬਹੁਤ ਜ਼ਿਆਦਾ, ਈਵਨ ਇੰਦਰਾ ਗਾਂਧੀ ਦੇ ਰਜੀਮ 'ਚ ਤਾਂ 97% ਤੱਕ ਟੈਕਸ ਚਲੇ ਗਿਆ ਸੀਗਾ, ਇੰਨਾ ਜ਼ਿਆਦਾ ਟੈਕਸ ਸੀਗਾ, ਠੀਕ ਹੈ। ਔਰ ਜਿਹੜੀਆਂ ਕਾਰਪੋਰੇਟਸ ਹੁੰਦੀਆਂ ਸੀਗੀਆਂ ਉਹਨਾਂ ਨੂੰ ਤੇ ਬਹੁਤ ਹੀ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ, ਸਪੈਸ਼ਲੀ ਜਿਹੜੀਆਂ ਫੋਰਨ ਕੰਪਨੀਜ਼ ਆਉਂਦੀਆਂ ਸੀ, ਬਿਕੋਜ਼ ਇੰਡੀਆ ਦੀ ਜਿਹੜੀ ਪੋਲਿਸੀ ਰਹੀ ਆ ਨਾ, ਇਹ ਬਹੁਤ ਹੀ ਜ਼ਿਆਦਾ ਪ੍ਰੋਟੈਕਸ਼ਨਿਸਟ ਰਹੀ ਆ 1991 ਤੋਂ ਪਹਿਲਾਂ। ਇਹ ਕਿਸੇ ਬਾਹਰਲੀ ਕੰਟਰੀ ਨੂੰ ਇੱਥੇ ਇਨਵੈਸਟ ਨਹੀਂ ਸੀ ਕਰਨ ਦਿੰਦੇ ਹੁੰਦੇ, ਠੀਕ ਆ। ਇਹਨਾਂ ਨੂੰ ਹੁੰਦਾ ਸੀਗਾ ਵੀ ਆਪਣੀ ਜਿਹੜੀ ਡੋਮੈਸਟਿਕ ਕੰਪਨੀਜ਼ ਨੇ ਇਹੀ ਹੋਣੀਆਂ ਚਾਹੀਦੀਆਂ ਪ੍ਰਮੋਟ, ਠੀਕ ਹੈ। ਸੋ ਇੰਡੀਜੀਨਸ ਗੁੱਡਸ ਵੱਧ ਤੋਂ ਵੱਧ ਬਣਾਓ, ਜਿਹੜਾ ਅੱਜ ਕੱਲ੍ਹ ਮੇਕ ਇਨ ਇੰਡੀਆ ਦਾ ਰੌਲਾ ਪਾ ਰਿਹਾ। ਪਰ ਹੁਣ ਕੀ ਹੋ ਰਿਹਾ, ਕੰਪਨੀਜ਼ ਤੇ ਬਾਹਰੋਂ ਹੀ ਆ ਰਹੀਆਂ ਨਾ, ਭਾਵੇਂ ਉਹ ਮੇਕ ਇਨ ਇੰਡੀਆ 'ਚ ਇਨਵੈਸਟ ਕਰ ਰਹੀਆਂ, ਚਲੋ ਇੱਥੇ ਬਣਾ ਰਹੀਆਂ, ਇੱਥੇ ਰੈਵਨਿਊ ਵੀ ਜਨਰੇਟ ਹੋ ਰਿਹਾ। ਬਟ ਉਸ ਟਾਈਮ ਇੱਦਾਂ ਨਹੀਂ ਸੀਗਾ, ਉਸ ਟਾਈਮ ਕੰਪਨੀਜ਼ ਨੂੰ ਬਾਹਰੋਂ ਆਉਣ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਇੱਥੇ ਟੈਕਸ ਬਹੁਤ ਜ਼ਿਆਦਾ ਹੁੰਦਾ ਸੀਗਾ, ਠੀਕ ਹੈ। ਸੋ ਕੰਪਨੀਜ਼ ਮਤਲਬ ਕੀ ਕਰਦੀਆਂ ਸੀਗੀਆਂ, ਚੱਲ ਜਾਂਦੀਆਂ ਸੀਗੀਆਂ, ਕਰਾਊਡ ਆਊਟ ਇਫੈਕਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ ਤੇ ਕੰਪਨੀ ਜਿਹੜੀਆਂ ਫੋਰਨ ਕੰਪਨੀਜ਼ ਹੁੰਦੀਆਂ ਉਹ ਇਨਵੈਸਟ ਕਰਨ ਤੋਂ ਡਰਦੀਆਂ ਨੇ ਕੰਟਰੀ ਦੇ ਵਿੱਚ, ਠੀਕ ਹੈ। ਅਗਰ ਰਿਸਕ ਹੁੰਦਾ ਬਹੁਤ ਜ਼ਿਆਦਾ, ਸੋ ਇਹਨੂੰ ਆਪਾਂ ਕਹਿ ਦਿੰਦੇ ਹਾਂ ਕਰਾਊਡ ਆਊਟ ਇਫੈਕਟ, ਵੀ ਇੱਕ ਇਕੋਨਮੀ ਦੀ ਟਰਮ ਹੈ, ਠੀਕ ਹੈ, ਯਾਦ ਰੱਖ ਲਿਓ। ਸੋ ਇਸ ਕਰਕੇ ਜਿਹੜੀਆਂ ਇਹ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਸੀਗਾ ਡੋਮੈਸਟਿਕ ਤੇ ਫੋਰਨ ਕੰਪਨੀਜ਼ ਦੇ ਵਿੱਚ, ਜਿਹਦੇ ਕਰਕੇ ਕਾਰਪੋਰੇਟਸ ਇੱਥੋਂ ਭੱਜਦੀਆਂ ਸੀ, ਠੀਕ ਹੈ। ਮੋਰ ਓਵਰ ਕਾਰਪੋਰੇਟਸ ਨੂੰ ਜਿਹੜਾ ਡਬਲ ਟੈਕਸੇਸ਼ਨ ਲੱਗਦਾ ਸੀ। ਇੱਕ ਤੇ ਡਿਵੀਡੈਂਡਸ ਜਿਹੜੇ ਹੁੰਦੇ ਸੀ, ਡਿਵੀਡੈਂਡ ਕੀ ਹੁੰਦਾ, ਜਿਹੜੇ ਪ੍ਰੋਫਿਟ ਵਗੈਰਾ ਉਹਨਾਂ ਨੂੰ ਆਉਂਦੇ ਆ ਸ਼ੇਅਰਸ ਦੇ ਉੱਤੇ, ਠੀਕ ਹੈ। ਸੋ ਉਹਦੇ ਉੱਤੇ ਵੀ ਪਲੱਸ ਉਹਨਾਂ ਨੂੰ ਇਨਕਮ ਟੈਕਸ ਵੀ ਪੈਂਦਾ ਸੀ, ਵੈਲਥ ਟੈਕਸ ਪੈਂਦਾ ਸੀਗਾ, ਠੀਕ ਹੈ। ਉਦੋਂ ਵੈਲਥ ਟੈਕਸ ਤੇ ਹੈਗਾ ਹੀ ਸੀ ਪਹਿਲਾਂ, ਤੁਹਾਨੂੰ ਪਤਾ ਹੈ। ਸੋ ਡਬਲ ਟੈਕਸੇਸ਼ਨ ਦੇ ਕਰਕੇ ਕੀ ਸੀਗਾ, ਮਤਲਬ ਹਾਲ ਬਹੁਤ ਖਰਾਬ ਸੀ ਇੱਥੇ, ਜਿਹਦੇ ਕਰਕੇ ਕਿ ਲੋਕੀ ਕੀ ਕਰਦੇ ਸੀਗੇ, ਮਤਲਬ ਇਹੋ ਜਿਹੀਆਂ ਕੰਪਨੀਜ਼ ਕੀ ਕਰਦੀਆਂ ਸੀ, ਟੈਕਸ ਇਵੇਡ ਕਰਦੀਆਂ ਸੀ। ਆਮ ਬੰਦਾ ਵੀ ਟੈਕਸ ਇਵੇਡ ਕਰਦਾ ਸੀ, ਰਾਈਟ। ਟੈਕਸ ਅਵੋਇਡੈਂਸ ਹੁੰਦੀ ਸੀ। ਆਪਾਂ ਕੱਲ ਪੜਿਆ ਸੀ ਇਵੇਜਨ ਤੇ ਅਵੋਇਡੈਂਸ 'ਚ ਕੀ ਫਰਕ ਹੈ, ਹਨਾ। ਸੋ ਇਵੇਡ ਦਾ ਮਤਲਬ ਹੈ ਕਿ ਟੈਕਸ ਤਾਰਨਾ ਨਹੀਂ, ਜਾਂ ਫਿਰ ਸੀਏ ਨੂੰ ਪੈਸੇ ਪੂਹੇ ਦੇ ਕੇ ਤੇ ਮਤਲਬ ਹੈ ਨਾ ਇਲੀਗਲੀ ਉਹਨੂੰ ਕਲੇਮ ਕਰਨਾ ਡਿਡਕਸ਼ਨਸ ਨੂੰ। ਤੇ ਅਵੋਇਡੈਂਸ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ IT ਐਕਟ ਦੇ ਨੀਚੇ ਜਿਹੜੀਆਂ ਮਤਲਬ ਦਿੱਤੀਆਂ ਹੁੰਦੀਆਂ ਨੇ ਸਾਨੂੰ ਕੁਝ ਪ੍ਰੋਵੀਜ਼ਨ ਸੇਵਿੰਗ ਦੀਆਂ, ਉਹਨੂੰ ਜਦੋਂ ਆਪਾਂ ਆਪਣੇ ਪਰਸਨਲ ਬੈਨੀਫਿਟ ਲਈ ਯੂਜ਼ ਕਰਦੇ ਹਾਂ ਤੇ ਉਹਨੂੰ ਆਪਾਂ ਟੈਕਸ ਅਵੋਇਡੈਂਸ ਬੋਲਦੇ ਹਾਂ। ਸੋ ਟੈਕਸ ਇਵੇਜਨ ਬਹੁਤ ਹੋ ਗਿਆ, ਟੈਕਸ ਅਵੋਇਡੈਂਸ ਬਹੁਤ ਹੋ ਗਿਆ, ਤੇ ਉਹਦੇ ਨਾਲ ਕੀ ਹੋਇਆ ਕਿ ਬਲੈਕ ਮਨੀ ਜਨਰੇਟ ਹੋਣੀ ਸ਼ੁਰੂ ਹੋਈ। ਸੋ ਬਹੁਤ ਹੀ ਜ਼ਿਆਦਾ ਕਾਲਾ ਧਨ ਜਿਹੜਾ ਸੀਗਾ ਉਹ ਜਨਰੇਟ ਹੋਣਾ ਸ਼ੁਰੂ ਹੋ ਗਿਆ। ਸੋ ਸਰਕਾਰ ਨੂੰ ਲੱਗਾ ਕਿ ਹੁਣ ਇਹਦੇ ਲਈ ਕੀ ਹੈ, ਸਾਨੂੰ ਰਿਫਾਰਮਸ ਜਿਹੜੇ ਆ ਲਿਆਉਣੇ ਚਾਹੀਦੇ ਆ, ਠੀਕ ਹੈ। ਫਿਰ ਬਾਰੀ ਜਿਹੜੇ ਆ ਇਹ ਰਿਫਾਰਮਸ ਲਿਆਂਦੇ ਗਏ, ਪਹਿਲਾਂ ਇਨਡਾਇਰੈਕਟ ਟੈਕਸਿਸ ਲਈ, ਫਿਰ ਡਾਇਰੈਕਟ ਟੈਕਸਿਸ ਲਈ, ਫਿਰ ਦੋਵੇਂ ਹੀ ਟੈਕਸਿਸ ਲਈ ਲਿਆਂਦੇ ਗਏ। ਸੋ ਉਹ ਆਪਾਂ ਹੁਣ ਬਾਰ-ਬਾਰ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਡਾਇਰੈਕਟ ਟੈਕਸ। ਸੋ ਇਨਡਾਇਰੈਕਟ ਟੈਕਸਿਸ ਦੀ ਅਗਰ ਆਪਾਂ ਗੱਲ ਕਰੀਏ ਤੇ ਆਪਾਂ ਗੱਲ ਕਿਹਦੀ ਕਰਦੇ ਹਾਂ, ਫਿਰ ਐਕਸਾਈਜ਼ ਡਿਊਟੀ ਦੀ, ਕਸਟਮ ਡਿਊਟੀ ਦੀ, ਠੀਕ ਹੈ। ਤਾਂ ਉਸ ਟਾਈਮ ਤੇ ਐਕਸਾਈਜ਼ ਡਿਊਟੀ, ਕਸਟਮ ਡਿਊਟੀ ਵੀ ਬਹੁਤ ਜ਼ਿਆਦਾ ਹਾਈ ਸੀਗੀ, ਠੀਕ ਹੈ। ਸੋ ਇੰਡੀਆ ਦਾ ਜਿਹੜਾ ਇਹ ਟੈਰਿਫ ਸਟਰਕਚਰ ਸੀਗਾ ਐਕਸਪੋਰਟ ਵਾਲਾ, ਇਹ ਬਹੁਤ ਜ਼ਿਆਦਾ ਪ੍ਰੋਟੈਕਸ਼ਨਿਸਟ ਸੀ। ਪ੍ਰੋਟੈਕਸ਼ਨਿਸਟ ਮਤਲਬ ਕਿ ਜਿਹੜਾ ਆਪਣੇ ਇੰਡੀਜੀਨਸ, ਜਿਹੜਾ ਆਪਣੇ ਇੰਡੀਆ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਪ੍ਰੋਟੈਕਟ ਕਰਦਾ ਆ, ਠੀਕ ਹੈ, ਤਾਂ ਕਿ ਬਾਹਰਲੇ ਜਿਹੜੇ ਵਪਾਰੀ ਆ ਉਹ ਇੱਧਰ ਆ ਕੇ ਜ਼ਿਆਦਾ ਕਮਾਈ ਨਾ ਕਰ ਸਕਣ ਤੇ ਡੋਮੈਸਟਿਕ ਜਿਹੜੀਆਂ ਕੰਪਨੀਜ਼ ਨੇ ਉਹ ਹਰਟ ਨਾ ਹੋਣ, ਰਾਈਟ। ਸੋ ਉਸ ਵੇਲੇ ਦਾ ਸਟਰਕਚਰ ਇਹ ਸੀ। ਸੋ ਤੁਹਾਨੂੰ ਵੀ ਪਤਾ ਹੋਊਗਾ, ਜਿਹੜੇ ਕੋਈ ਮਤਲਬ ਮੇਰੀ ਉਮਰ ਦੇ ਹੋਣਗੇ, ਸੋ ਸਾਡੇ ਵੇਲੇ ਜਿਹੜੇ ਖਿਲੌਣੇ ਸੀਗੇ ਉਹ ਲੱਕੜੀ ਦੀ ਹੁੰਦੇ ਸੀ ਜ਼ਿਆਦਾ, ਹੈ ਨਾ। ਬਟ ਅੱਜ ਕੱਲ੍ਹ ਅਗਰ ਆਪਾਂ ਦੇਖੀਏ ਤਾਂ ਸਾਰਾ ਜੋ ਵੀ ਚਾਈਨਾ ਤੇ ਹਾਂਗਕਾਂਗ ਤੋਂ ਪਲਾਸਟਿਕ ਹੈ ਉਹੀ ਇੱਧਰ ਡੰਪ ਹੋ ਰਿਹਾ ਆ, ਰਾਈਟ। ਸੋ ਇਸ ਕਰਕੇ ਉਸ ਟਾਈਮ ਤੇ ਜਿਹੜੇ ਆਪਣੇ ਡੋਮੈਸਟਿਕ ਵਪਾਰੀ ਸੀ ਉਹਨਾਂ ਵਾਸਤੇ ਬਹੁਤ ਜ਼ਿਆਦਾ ਸਰਕਾਰ ਨੇ ਸਹੂਲਤਾਂ ਰੱਖੀਆਂ ਹੋਈਆਂ ਸੀਗੀਆਂ, ਠੀਕ ਹੈ। ਸੋ ਬਾਹਰਲੀਆਂ ਜਿਹੜੀਆਂ ਕੰਪਨੀਜ਼ ਇੱਥੇ ਆਉਂਦੀਆਂ ਸੀ ਉਹਨਾਂ ਨੂੰ ਬਹੁਤ ਐਗਜ਼ੋਰਬਿਟੈਂਟ ਟੈਕਸ ਪੇ ਕਰਨੇ ਪੈਂਦੇ ਸੀ, ਇਸ ਲਈ ਲੋਕੀ ਇੱਥੇ ਜਿਹੜੇ ਸੀਗੇ ਘੱਟ ਇਨਵੈਸਟ ਕਰਦੇ ਸੀ ਪੈਸਾ, ਰਾਈਟ। ਸੋ ਅਨਲੈਸ ਐਂਡ ਅੰਟਿਲ ਇਹਦੇ ਵਿੱਚ ਰਿਫਾਰਮਸ ਜਿਹੜੇ ਆ ਕਦੋਂ ਆਏ ਆ, ਜਦੋਂ ਸਭ ਤੋਂ ਪਹਿਲਾਂ LK ਝਾ ਕਮੇਟੀ ਆਈ ਆ ਇਨਡਾਇਰੈਕਟ ਟੈਕਸਿਸ ਤੇ। ਤੁਸੀਂ ਯਾਦ ਰੱਖਣਾ LK ਝਾ ਕਮੇਟੀ 1974 ਦੇ ਵਿੱਚ ਆਈ ਹੈ ਇਨਡਾਇਰੈਕਟ ਟੈਕਸਿਸ ਦੇ ਉੱਤੇ, ਠੀਕ ਹੈ।
ਸੋ ਵੈਟ ਜਿਹੜਾ ਆ ਇੰਟਰੋਡਿਊਸ ਹੋਇਆ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ 1986 ਦੇ ਵਿੱਚ ਇਨ ਦਾ ਫਾਰਮ ਆਫ ਮੋਡ ਵੈਟ, ਠੀਕ ਹੈ, ਮੋਡੀਫਾਈਡ ਵੈਟ। ਉੱਦਾਂ ਅਗਰ ਆਪਾਂ ਗੱਲ ਕਰੀਏ ਇਕੱਲਾ ਜਿਹੜਾ ਵੈਟ ਹੈ ਵੈਲਿਊ ਐਡਿਡ ਟੈਕਸ, ਉਹ 1 April 2005 ਚ ਇੰਟਰੋਡਿਊਸ ਹੋਇਆ ਆ ਇੰਡੀਆ ਦੇ ਵਿੱਚ। ਅਗਰ ਆਪਾਂ ਓਵਰਆਲ ਵਰਡ ਦੀ ਗੱਲ ਕਰੀਏ, ਠੀਕ ਹੈ, ਤੇ ਜਿਵੇਂ ਆਪਾਂ GST ਦੀ ਗੱਲ ਕਰੀਏ ਤੇ GST ਵੀ ਇੱਕ ਤਰ੍ਹਾਂ ਦਾ ਵੈਟ ਹੈ। ਸੋ GST ਜਿਹੜਾ ਸਭ ਤੋਂ ਪਹਿਲਾਂ ਫਰਾਂਸ ਦੇ ਵਿੱਚ ਇੰਪਲੀਮੈਂਟ ਹੋਇਆ ਸੀ, ਜਦਕਿ ਅਗਰ ਵੈਟ ਦੀ ਗੱਲ ਕਰੀਏ ਵੈਲਿਊ ਐਡਿਡ ਟੈਕਸ ਦੀ, ਤਾਂ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ 1973 ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ, ਠੀਕ ਆ। ਸੋ ਜਿਹੜੀ LK ਝਾ ਕਮੇਟੀ ਆਈ ਸੀ ਇਨਡਾਇਰੈਕਟ ਟੈਕਸਿਸ ਤੇ, ਇਹਨੇ ਫਿਰ ਸੁਜੈਸਟ ਕੀਤਾ ਕਿ ਸਾਨੂੰ ਜਿਹੜਾ ਡਬਲ ਟੈਕਸੇਸ਼ਨ ਹੋ ਰਹੀ ਹੈ ਕਾਰਪੋਰੇਟਸ ਦੇ ਉੱਤੇ, ਉਹਨੂੰ ਕਿਸੇ ਤਰ੍ਹਾਂ ਸਾਨੂੰ ਅਵੋਇਡ ਕਰਨਾ ਚਾਹੀਦਾ ਆ ਤਾਂ ਕਿ ਲੋਕੀ ਜਿਹੜੇ ਟੈਕਸ ਇਵੇਡ ਨਾ ਕਰਨ, ਠੀਕ ਹੈ। ਸੋ ਉਸ ਦੇ ਚੱਲਦੇ ਫਿਰ LK ਝਾ ਕਮੇਟੀ ਜਿਹੜੀ ਸੀਗੀ ਉਹਨੇ ਫਿਰ ਮੋਡੀਫਾਈਡ ਵੈਟ ਜਿਹੜਾ ਸੀਗਾ ਉਹਦੀ ਫਾਰਮ ਦੇ ਵਿੱਚ ਲਿਆਂਦਾ, ਰਾਈਟ। ਸੋ ਇਹ ਮੋਡੀਫਾਈਡ ਵੈਟ ਜਿਹਨੂੰ ਮੋਡ ਵੈਟ ਕਹਿੰਦੇ ਆ, ਇਹ 1986 ਦੇ ਵਿੱਚ ਲਿਆਂਦਾ ਗਿਆ ਸੀਗਾ। ਹੁਣ ਮੋਡੀਫਾਈਡ ਵੈਟ ਹੋ ਗਿਆ ਜਾਂ ਵੈਟ ਹੋ ਗਿਆ, ਠੀਕ ਹੈ, ਜਾਂ ਸੈਨ ਵੈਟ, ਕਿਉਂਕਿ ਇਹ ਜਿਹੜਾ ਮੋਡੀਫਾਈਡ ਵੈਟ ਸੀਗਾ ਜਾਂ ਮੋਡ ਵੈਟ ਸੀਗਾ, ਇਹਨੂੰ ਇਹ ਸੈਨ ਵੈਟ ਵੀ ਕਿਹਾ ਜਾਂਦਾ ਹੈ। ਸੈਨ ਵੈਟ ਜਿਹੜਾ ਸੈਂਟਰਲ ਵੈਲਿਊ ਐਡਿਡ ਟੈਕਸ ਹੈ, ਸੈਂਟਰ ਸਰਕਾਰ ਨੇ ਇੰਟਰੋਡਿਊਸ ਕੀਤਾ ਸੀ ਇਸ ਲਈ ਕੁਝ ਕਮੋਡਿਟੀਜ਼ ਦੇ ਉੱਤੇ 2002 ਦੇ ਵਿੱਚ। ਸੋ ਇਹਦੇ ਨਾਲ ਵੀ ਇੰਟਰਚੇਂਜੇਬਲੀ ਇਹਨੂੰ ਆਪਾਂ ਯੂਜ਼ ਕਰ ਲੈਂਦੇ ਹਾਂ ਟਰਮ ਨੂੰ, ਮੋਡ ਵੈਟ ਨੂੰ। ਸੋ ਇਹ ਬੇਸਿਕਲੀ ਅੱਜ ਜੋ GST ਲੈ ਕੇ ਆਈ ਹੈ ਸਰਕਾਰ, ਸੋ GST ਇੱਕ ਤਰ੍ਹਾਂ ਦਾ ਮੋਡ ਵੈਟ ਹੀ ਹੈ, ਰਾਈਟ। ਸੋ ਜਾਂ ਆਪਾਂ ਕਹਿ ਸਕਦੇ ਹਾਂ ਵੈਟ ਹੀ ਹੈ। ਸੋ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਮਤਲਬ ਡਬਲ ਟੈਕਸੇਸ਼ਨ ਹੁੰਦੀ ਹੈ, ਜਿਹਨੂੰ ਆਪਾਂ ਕੈਸਕੇਡਿੰਗ ਆਫ ਟੈਕਸਿਸ ਕਹਿੰਦੇ ਆ, ਟੈਕਸ ਤੇ ਟੈਕਸ, ਟੈਕਸ ਤੇ ਟੈਕਸ ਲੱਗਦਾ ਆ, ਉਹ ਨਹੀਂ ਇਹਦੇ ਵਿੱਚ ਲੱਗਦਾ, ਠੀਕ ਹੈ। ਫੋਰ ਐਗਜ਼ਾਮਪਲ, ਮੈਂ ਕਿਸੇ A ਪਰਸਨ ਤੋਂ ਜਿਹੜੀ ਹੈ, ਮੈਂ B ਪਰਸਨ ਆ, ਮੈਂ A ਪਰਸਨ ਤੋਂ ਕੋਈ ਚੀਜ਼ ਲਈ ਹੈ 100 ਰੁਪਏ ਦੀ, ਠੀਕ ਹੈ। ਉਹਨੇ ਜਦੋਂ ਮੈਨੂੰ 100 ਰੁਪਏ ਦੀ ਦਿੱਤੀ ਤੇ ਉਹਨੂੰ ਉਹਦੇ ਤੇ ਆਲਰੇਡੀ 10% ਟੈਕਸ ਉਹਨੇ ਪੇ ਕੀਤਾ ਹੋਇਆ ਸੀਗਾ, ਠੀਕ ਹੈ। ਸੋ ਅਲਟੀਮੇਟਲੀ ਉਹਨੂੰ ਚੀਜ਼ ਜਿਹੜੀ ਹੈ ਮਤਲਬ 90 ਰੁਪਏ ਦੀ ਚੀਜ਼ ਲਈ ਉਹਨੇ 100 ਰੁਪਇਆ ਦਿੱਤਾ, ਠੀਕ ਹੈ। ਹੁਣ ਉਹ ਜਦੋਂ ਉਹਨੂੰ 100 ਰੁਪਏ ਦੀ ਪਈ ਹੈ ਤੇ ਉਹ ਮੈਨੂੰ ਟੈਕਸ ਵੀ ਚਾਰਜ ਕਰੂਗਾ ਤੇ ਕੁਛ ਆਪਣਾ ਵੀ ਤੇ ਮੁਨਾਫਾ ਜਿਹੜਾ ਵਿੱਚੋਂ ਕੱਢੇਗਾ ਨਾ, ਠੀਕ ਹੈ। ਜਦੋਂ ਉਹਨੇ ਆਪਣਾ ਮੁਨਾਫਾ ਵੀ ਕੱਢਣਾ ਹੈ, ਮੈਨੂੰ ਟੈਕਸ ਵੀ, ਸੋ ਉਹਨੇ ਉਹ ਚੀਜ਼ ਜਿਹੜੀ ਉਹਨੇ ਮੈਨੂੰ 110 ਰੁਪਏ ਦੀ ਦਿੱਤੀ, ਠੀਕ ਹੈ। ਸੋ ਉਹਨੇ ਕੀ ਕੀਤਾ, ਉਹਨੇ 10 ਰੁਪਏ ਉਹਦੇ ਤੇ ਪ੍ਰੋਫਿਟ ਕੱਢਿਆ, ਬਿਕੋਜ਼ 90 ਰੁਪਏ ਦੀ ਚੀਜ਼ ਸੀ, 10 ਰੁਪਏ ਉਹਨੇ ਟੈਕਸ ਦਿੱਤਾ ਤੇ ਉਹਨੂੰ 100 ਦੀ ਪਈ। ਹੁਣ ਉਹਨੇ ਉਹਦੇ ਉੱਤੇ 10 ਰੁਪਏ ਪ੍ਰੋਫਿਟ ਕਮਾ ਕੇ ਮੈਨੂੰ 110 ਰੁਪਏ ਦੀ ਚਾਰਜ ਕੀਤੀ। ਹੁਣ ਉਹਨੇ ਜਦੋਂ ਮੈਨੂੰ 110 ਰੁਪਏ ਦੀ ਚਾਰਜ ਕੀਤੀ, ਮੈਂ ਉਹਨੂੰ 110 ਰੁਪਏ ਦੇਵਾਂਗੀ ਤੇ ਉਹਦੇ ਉੱਤੇ ਮੈਂ 10% ਫੇਰ ਟੈਕਸ ਦੇਵਾਂਗੀ, ਜੋ ਪਹਿਲਾ ਸਿਸਟਮ ਸੀ GST ਤੋਂ, ਠੀਕ ਹੈ। ਸੋ ਉਹ ਸਿਸਟਮ ਕੀ ਸੀਗਾ ਕਿ ਫਿਰ ਯਾਨੀ ਕਿ 110 ਤੇ 10% ਕੀ ਹੋ ਗਿਆ, 11 ਰੁਪਏ, ਰਾਈਟ। ਹੁਣ 11 ਰੁਪਏ ਮੈਂ ਟੈਕਸ ਦਊਂਗੀ, ਬਟ ਉਹਨੇ ਤੇ 10 ਰੁਪਏ ਪਹਿਲਾਂ ਹੀ ਦੇ ਦਿੱਤੇ ਆ। ਸੋ ਅਲਟੀਮੇਟਲੀ ਕੀ ਹੋਏਗਾ, ਉਹ ਮੇਰਾ ਜਿਹੜਾ ਮੈਨੂੰ 11 ਰੁਪਏ ਟੈਕਸ ਦੇਣਾ ਪੈਣਾ, ਹੁਣ ਉਹ ਮੈਨੂੰ 11 ਰੁਪਏ ਨਹੀਂ ਦੇਣਾ ਪੈਣਾ, ਮੇਰੇ 10 ਰੁਪਏ ਜਿਹੜੇ ਆਫਸੈਟ 'ਚ ਚੱਲ ਜਾਣੇ ਆ, ਉਹ ਫਿਰ ਮੈਨੂੰ ਰਿਟਰਨ ਹੋ ਕੇ ਆ ਜਾਣੇ ਆ, ਮੈਨੂੰ ਸਿਰਫ ਟੈਕਸ ਪਏਗਾ 1 ਰੁਪਈਆ, ਰਾਈਟ। ਸੋ ਇਹ ਹੈ GST ਜਿਹੜਾ ਇਸ ਵੇਲੇ ਹੈ, ਰਾਈਟ। ਸੋ ਇਹ ਅਲਟੀਮੇਟਲੀ ਜਿਹੜਾ ਟੈਕਸ ਪਹਿਲਾਂ ਪੇ ਹੋ ਚੁੱਕਾ ਆ ਇੱਕ ਲੈਵਲ ਦੇ ਉੱਤੇ, ਉਹ ਦੁਬਾਰਾ ਟੈਕਸ ਜਿਹੜਾ ਆ ਉਹ ਪੇ ਨਹੀਂ ਹੁੰਦਾ। ਇਹਦੀ ਸਰਲ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੱਤੀ ਹੈ ਕਿ ਇੱਕ ਬੰਦੇ ਨੂੰ 90 ਰੁਪਏ ਦੀ ਚੀਜ਼ ਸੀ, 10% ਉਹਨੇ ਟੈਕਸ ਦਿੱਤਾ, ਉਹਨੂੰ 100 ਰੁਪਏ ਦੀ ਪਈ, ਠੀਕ ਹੈ, ਔਰ ਉਹਨੇ ਮੈਨੂੰ ਆਪਣਾ ਪ੍ਰੋਫਿਟ ਕੱਢ ਕੇ 110 ਰੁਪਏ ਦੀ ਵੇਚ ਦਿੱਤੀ, ਠੀਕ ਹੈ। ਸੋ 10 ਰੁਪਏ ਉਹਨੇ ਪ੍ਰੋਫਿਟ ਕੱਢਿਆ, ਪਰ ਹੁਣ ਜਦੋਂ ਮੈਂ ਲਵਾਂਗੀ ਤੇ ਮੇਰੇ ਦੇ ਉੱਤੇ ਟੈਕਸ ਵੀ ਤੇ ਪੈਣਾ ਨਾ। ਤਾਂ ਟੈਕਸ ਕਿੰਨਾ ਹੈ, ਆਪਾਂ ਜੇ ਅਸਿਊਮ ਕਰ ਲਈਏ 10% ਟੈਕਸ ਹੈ, ਤੇ ਟੈਕਸ ਕਿੰਨਾ ਪਏਗਾ ਫਿਰ 10%, ਤੇ ਮੈਨੂੰ ਉਹ ਚੀਜ਼ ਕਿੰਨੇ ਦੀ ਪਈ ਫਿਰ 110 ਰੁਪਏ ਦੀ, ਤੇ ਮੈਂ ਉੱਤੇ ਟੈਕਸ ਕਿੰਨਾ ਹੋਰ ਤਾਰੂੰਗੀ ਫਿਰ 11 ਰੁਪਏ। ਸੋ ਹੁਣ ਮੈਂ 11 ਰੁਪਏ ਨਹੀਂ ਤਾਰਾਂਗੀ, ਮੈਂ ਸਿਰਫ 1 ਰੁਪਇਆ ਟੈਕਸ ਜਿਹੜਾ ਦੇਵਾਂਗੀ, ਬਿਕੋਜ਼ 10 ਰੁਪਏ ਪਹਿਲਾਂ ਹੀ A ਨੇ ਪੇ ਕਰ ਦਿੱਤੇ ਨੇ। ਸੋ ਇਹੀ ਹੈ GST, ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੱਤਾ ਆ, ਰਾਈਟ। ਸੋ ਹੁਣ ਆਪਾਂ ਗੱਲ ਕਰਾਂਗੇ ਡਾਇਰੈਕਟ ਟੈਕਸਿਸ ਦੀ। ਸੋ ਇਨਡਾਇਰੈਕਟ ਟੈਕਸਿਸ ਦੀ ਗੱਲ ਕੀਤੀ ਆਪਾਂ ਹੁਣੇ। ਸੋ ਡਾਇਰੈਕਟ ਟੈਕਸਿਸ ਦੀ ਗੱਲ ਕਰਾਂਗੇ। ਸੋ ਡਾਇਰੈਕਟ ਟੈਕਸਿਸ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਰਾਜਾ ਚਲਈਆ ਕਮੇਟੀ ਜਿਹੜੀ ਹੈ 1991 ਦੇ ਵਿੱਚ ਕਨਸਟੀਟਿਊਟ ਕੀਤੀ ਗਈ ਹੈ, ਰਾਈਟ। ਹਾਲਾਂਕਿ ਸਰਵਿਸ ਟੈਕਸ ਜਿਹੜਾ ਸੀ ਇਨਡਾਇਰੈਕਟ ਟੈਕਸ ਸੀਗਾ, ਫਿਰ ਵੀ ਉਹ ਇਹਦੀ ਰਿਕਮੈਂਡੇਸ਼ਨਸ ਦੇ ਉੱਤੇ ਇੰਟਰੋਡਿਊਸ ਹੋਇਆ ਸੀ 93-94 ਦੇ ਵਿੱਚ, ਆਪਾਂ ਕੱਲ ਹੀ ਪੜ੍ਹਿਆ ਆ, ਰਾਈਟ। ਸੋ ਆਪਾਂ ਹੁਣ ਗੱਲ ਕਰਾਂਗੇ ਦੀ ਰਾਜਾ ਚਲਈਆ ਕਮੇਟੀ ਦੀ। ਸੋ ਇਸ ਕਮੇਟੀ ਨੇ ਸੁਜੈਸਟ ਕੀਤਾ ਸੀਗਾ ਵੀ ਤੁਸੀਂ ਇੰਨੇ ਜ਼ਿਆਦਾ ਟੈਕਸ ਰੱਖੇ ਆ, ਬਾਰ-ਬਾਰ ਤੁਸੀਂ ਟੈਕਸ ਰੇਟ ਨੂੰ ਚੇਂਜ ਕਰੀ ਜਾਂਦੇ ਹੋ। ਸੋ ਇਹ ਇੰਨੀ ਅਨਸਰਟੇਨਟੀ ਕ੍ਰੀਏਟ ਹੋ ਜਾਂਦੀ ਹੈ ਕਿ ਬਾਹਰਲੀਆਂ ਜਿਹੜੀਆਂ ਫਰਮਸ ਆ ਉਹ ਇੱਥੇ ਆ ਕੇ ਇਨਵੈਸਟ ਨਹੀਂ ਕਰਦੀਆਂ ਪੈਸਾ, ਠੀਕ ਹੈ। ਸੋ ਉਹਨਾਂ ਨੂੰ ਇੱਕ ਰਿਸਕ ਜਿਹਾ ਰਹਿੰਦਾ ਆ ਵੀ ਇੱਥੇ ਤੇ ਸਾਡਾ ਸਾਰਾ ਟੈਕਸ ਦੇ ਵਿੱਚ ਹੀ ਖਾ ਜਾਣਾ ਇਹਨਾਂ ਨੇ। ਸੋ ਉਹਨੇ ਫਿਰ 3 ਪੁਆਇੰਟ ਜਿਹੜੇ ਹੀ ਸੁਜੈਸਟ ਕੀਤੇ। ਸਭ ਤੋਂ ਪਹਿਲਾਂ ਉਹ ਕਹਿੰਦੇ ਵੀ ਜਿਹੜੇ ਇਹ ਤੁਸੀਂ ਇੰਨੇ ਟੈਕਸ ਰੱਖੇ ਹੋਏ ਆ ਨਾ, ਇਹ ਟੈਕਸ ਘਟਾਓ,
ठीक है। तो दूसरा गल टैक्सिस का मतलब रेट भी घटाओ, ठीक है। तो दूसरी गल टैक्स भी घटाओ, मतलब इन्ने ज़्यादा फलानी चीज़ ते भी टैक्स लई जाने, डिविडेंड्स ते भी टैक्स लई जाने, ठीक है। फिर तुसी अपना प्रॉपर्टी भी रखा है, वैल्थ भी रखा है, ठीक है, फलान टमकान सारा कुछ। तो वो कहता भी तुसी थोड़ा रैशनलाइज करो इनू। दैन वो कहता भी जिहड़े डिडक्शनस ने लोकी लेंदे ने, अपने क्लेम लेंदे ने, ठीक है, IT एक्ट दे अंडर, वो डिडक्शनस घट करो तुसी। भी लोकी जिहड़े की करदे ने, हुण जदों आपां टैक्स दा रेट वधाया होया आ, जिवें पहला पॉइंट आपां डिस्कस कीता, उन्हें कहा भी रेट जिहड़ा घटाओ। हुण जदों रेट वधाया तो लोकी की करनगे, टैक्स इवेड करनगे, टैक्स देणगे नहीं, है ना। तो दूसरा पॉइंट वो कहता भी जिहड़ियां डिडक्शनस ने इन्हां नूं भी घट करो। ज़्यादा डिडक्शनस होण करके IT एक्ट दे विच भी आ चीज़ तुसीं आते सेव करो तो तुहानूं इन्नी डिडक्शन मिलेगी, इहदी ते सेव करो तो इन्नी डिडक्शन मिलेगी। वो कहता भी ये भी घट करो, फिर लोकी जिहड़े टैक्स अवॉइड नहीं करनगे, है ना। आपां पढ़िया सी भी टैक्स अवॉइडेंस हुंदी है डिडक्शनस लैके जदों अपने बैनीफिट लई यूज़ करदे आ। ते वो कहता भी इनू भी घट करो। फिर वो कहता भी तीसरा नंबर ते वो कहता आ कि जिहड़े मतलब टैक्सिस ने, इहदा एक ट्रांसपेरेंट सिस्टम होना चाहिए आ। भी जिहड़े टैक्स ऑफिशियल्स हुंदे, जिद्दां CA वगैरह हुंदे ने, इन्हां नूं क्योंकि आम जनता साडे तुहाडे वर्गिਆਂ समझ नहीं आती टैक्सिस दी भी किद्दां किहड़ी स्कीम 'च इन्वैस्ट करिए ते पैसे साडे घट तो घट लगन, घट तो घट सरकार कोल जाण, है ना, टैक्सिस दी फॉर्म दे विच। ते फिर CA की कहंदे, वो कहंदे भी लिआओ तुहानूं पैसा दो, असीं तुहाडे मतलब करदे आ एडजस्ट, है ना। ते वो कहंदे भी इदां दा ट्रांसपेरेंट सिस्टम होना चाहिए। इन्ना तुहाडा सिस्टम जिहड़ा कंपलैक्स है भी लोकां नूं समझ ही नहीं आती, ते जिहड़े टैक्स ऑफिशियल्स उन्हां नूं बेवकूफ बनाई जांदे आ, ठीक है। सो वो कहंदे भी आ भी चीज़ जिहड़ी इहनूं ठीक करो। तो फिर उस तो बाद नंबर ऑफ रिकमेंडेशनस दित्तियां, जिहदे विच सब तो पहला उन्होंने कहा कि टैक्स रेट लोअर करो ताकि टैक्स इवेजन ना होवे, राइट। दूजे नंबर ते उन्हें कहा कि डिडक्शनस घट करो ताकि टैक्स अवॉइडेंस ना होवे, राइट। फिर उसके बाद तीसरे नंबर ते वो कहंदा भी जिहड़े कॉरपोरेट टैक्स आपां चार्ज करदे आ, ठीक है, सो उन्होंने डबल टैक्सेशन जी है वो लगती है। एक तो जोड़े उत्थे इंपलॉइज़ ने या उन्होंने पार्टनर्स ने, उन्होंने इनकम टैक्स भी देना पैंदा है, तो दूजा उन्होंने डिविडेंड्स के उत्ते भी जोड़ा आ टैक्स देना पैंदा है। तो वो कहते भी जोड़ा डबल टैक्सेशन का सिस्टम आ, इनू खत्म करो, इनू एलिमीनेट करो, राइट। दैन उस तो बाद कहता कि जो कॉरपोरेट टैक्स है, ठीक है, उन्होंने भी घट तो घट करो। स्पैशली जिहड़ियां फॉरन कंपनीज़ है उन्होंने इत्थे आके इन्वैस्ट करन दो, इत्थे आउणगियां ते उन्हां दे जिहड़े स्किल्स वगैरह आ वेख सकांगे कि किद्दां वो काम करदियां, उन्हां दे जो कोल जो टैक्नोलॉजी है वो आपां यूज़ कर सकांगे, यूटिलाइज़ कर सकांगे, ठीक है। तो साडी कंट्री जिहड़ी है ग्रो करूगी। सो इनू भी थोड़ा रैशनलाइज़ करो। फिर उस तो बाद नंबर 5 तो कहता कि जो कैपिटल गेन्स टैक्स आ उन्होंने भी घटाओ, तो उन्होंने इन्फ्लेशन जिहड़ा इंडैक्स आ उहदे नाल कनैक्ट करो। इन्फ्लेशन इंडैक्स का मतलब हैगा इन्फ्लेशन रेट दे नाल उत्ते इंडैक्स करो। उहदा मतलब ये हैगा कि जिवें जिवें इन्फ्लेशन वधदी है, ठीक है, तो तुहानूं पता प्राइस जिहड़ा कमोडिटीज़ दा वो भी वधदा आ। सो कैपिटल गेन्स की है कि जो तुहाडे कोल एसेट है उहदे ते अगर तुसीं प्रॉफिट कोई अर्न करदे आ तो प्रॉफिट दे उत्ते जिहड़ा टैक्स पैंदा है ना। पर जे मान लो इन्फ्लेशन आ गई है, ठीक है, सो इन्फ्लेशन नाल की हुंदा प्राइस जिहड़ा कमोडिटीज़ दा भी ते वधदा आ, तो फिर जे उहदे उत्ते वो जिहड़े कॉरपोरेट्स वाले उत्ते भी टैक्स पे करनगे क्योंकि उन्हां दा प्राइस वध रहा आ। हुण उन्हां दी गलती तो नहीं ना हैगी, इहदे विच ते इन्फ्लेशन है। सो इस करके उन्हां नूं मतलब की है वो फालतू का पैसा जिहड़ा ना देना पवे, राइट। फिर वो कहता है कि जो वैल्थ टैक्स है उन्होंने भी रैशनलाइज करो। वैल्थ टैक्स होने तो अबॉलिश हो चुका है ना, बट पहला इन्होंने कहा कि जो जैनुअन है वही जो चार्ज किया जाए, इन जैनुअन नहीं। दैन उस तो बाद कहता कि जो टैक्स बेस आ, टैक्स बेस वधाओ। तुसी टैक्स वधाने उत्ते कि तुसी इनकम टैक्स वधाई जा रहे हो, कॉरपोरेट टैक्स वधाई जा रहे हो, तुसी बेस वधा दो कि मतलब चीज़ां वधा दो कि जिहदे उत्ते टैक्स लगना है। आपां कल कीता सी टैक्स बेस की हुंदा आ, जिद्दां प्रॉपर्टी दे उत्ते भी टैक्स लगेगा, जिद्दां इनकम दे उत्ते टैक्स लगेगा, वैल्थ दे उत्ते टैक्स लगूगा, ठीक है, लग्जरी गुड्स दे उत्ते टैक्स लगूगा, सिन गुड्स दे उत्ते टैक्स लगूगा। भी आ बेस जिहड़ा है वधा दो जिहदे उत्ते टैक्स लगना आ, ठीक है। सो इस करके बाद विच जिहड़ा आ ये आया तुहाडा सर्विस टैक्स आया 1994-95 दे विच, ठीक है। दो इट वाज एन इनडायरैक्ट टैक्स, बट राजा चलैया कमेटी जिहड़ी सी इट वाज रिलेटेड टू डायरैक्ट टैक्स, ठीक है। दैन उस तो बाद जिहड़ा ये मिनीमम अल्टरनेट टैक्स आपां कल कीता सीगा कि ये जिहड़ियां जीरो टैक्स कंपनीज़ हुंदियां, जीरो टैक्स कंपनीज़ की हुंदियां कि जिहड़ियां इन्ना मतलब वो कैपेबल हुंदियां ने कि उन्होंने कहंदे ने एलिजिबल हुंदियां ने टैक्स पे करन लई, बट वो फिर भी डिडक्शनस वगैरह जिहड़ियां शो करके अपना ते टैक्स क्लेम डिडक्शनस क्लेम कर लैंदियां ने, ते टैक्स जिहड़ा आ वो नहीं दिंदियां, ठीक है। सो अवॉइड करदियां ने टैक्स। सो उन्हां दे उत्ते इस वेले एट प्रेजेंट 15% टैक्स जिहड़ा आ मिनीमम अल्टरनेट टैक्स जीरो टैक्स कंपनीज़ दे उत्ते जिहड़ा लगाया जांदा है वो इस वेले 15% है, ते ये इंट्रोड्यूस किया गया सी 1996-97 दे विच, राइट। हुण आपां गल करदे हां विजय केलकर कमेटी दे उत्ते।
ਵਿਜੇ ਕੇਲਕਰ ਕਮੇਟੀ ਜਿਹੜੀ ਹੈ 2002 ਦੇ ਵਿੱਚ ਸੈਟਅਪ ਕੀਤੀ ਗਈ ਸੀ। ਉਸ ਵੇਲੇ ਫਾਈਨਾਂਸ ਮਿਨਿਸਟਰ ਸੀਗੇ ਜਸਵੰਤ ਸਿੰਘ, ਠੀਕ ਹੈ, ਉਹਨਾਂ ਦੁਆਰਾ ਗਠਿਤ ਕੀਤੀ ਗਈ ਸੀਗੀ ਔਰ ਇਹ ਡਾਇਰੈਕਟ ਤੇ ਇਨਡਾਇਰੈਕਟ ਟੈਕਸਿਸ ਦੋਨਾਂ ਨਾਲ ਰਿਲੇਟਡ ਸੀਗੀ, ਠੀਕ ਹੈ, ਮਤਲਬ ਦੋਨਾਂ ਨਾਲ ਰਿਲੇਟਡ ਇਹਨੇ ਆਪਣੀਆਂ ਰਿਕਮੈਂਡੇਸ਼ਨਸ ਜਿਹੜੀਆਂ ਦਿੱਤੀਆਂ ਹੈ। ਜਿਹੜੀ ਆਪਾਂ ਐਲਕੇ ਝਾ ਕਮੇਟੀ ਪੜ੍ਹੀ ਆ ਉਹ ਇਨਡਾਇਰੈਕਟ ਟੈਕਸ ਨਾਲ ਰਿਲੇਟਡ ਸੀ, ਜਿਹੜੀ ਰਾਜਾ ਚਲਈਆ ਕਮੇਟੀ ਸੀਗੀ ਉਹ ਡਾਇਰੈਕਟ ਟੈਕਸ ਨਾਲ ਰਿਲੇਟਡ ਸੀ, ਬਟ ਸਰਵਿਸ ਟੈਕਸ ਜਿਹੜਾ ਸੀ ਇਨਡਾਇਰੈਕਟ ਟੈਕਸ ਸੀ ਇਟ ਵਾਸ ਇੰਟਰੋਡਿਊਸਡ ਆਫਟਰ ਦ ਰਿਕਮੈਂਡੇਸ਼ਨਸ ਆਫ ਰਾਜਾ ਚਲਈਆ ਕਮੇਟੀ, ਠੀਕ ਹੈ। ਦੈਨ ਉਸ ਤੋਂ ਬਾਅਦ ਵਿਜੇ ਕੇਲਕਰ ਕਮੇਟੀ ਜਿਹੜੀ ਹੈ ਦੋਨਾਂ ਦੇ ਉੱਤੇ ਬੇਸਡ ਹੈ, ਸੋ ਡਾਇਰੈਕਟ ਵੀ ਤੇ ਇਨਡਾਇਰੈਕਟ ਵੀ। ਸੋ ਇਹਦੇ ਵਿੱਚ ਜਿਹੜੀਆਂ ਰਿਕਮੈਂਡੇਸ਼ਨਸ ਇਹਨਾਂ ਨੇ ਦਿੱਤੀਆਂ, ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਜਿਹੜਾ ਡਿਜੀਟਲ ਮੀਡੀਅਮ ਹੈ ਨਾ ਉਹ ਟੈਕਸ ਪੇਅਰਸ ਦੀ ਸਹੂਲੀਅਤ ਲਈ ਸਭ ਤੋਂ ਜ਼ਿਆਦਾ ਉਹਨੂੰ ਐਨਕਰੇਜ ਕਰੋ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣੀ ਜਿਹੜੀ ਤੁਹਾਡੇ ਪੇਪਰ ਲਈ ਵੀ ਇੰਪੋਰਟੈਂਟ ਆ। ਇਸ ਵੇਲੇ ਜਿਹੜਾ CBDT ਦੀ ਸਕੀਮ ਹੈਗੀ ਆ ਵਿਵਾਦ ਸੇ ਵਿਸ਼ਵਾਸ ਤੱਕ, ਠੀਕ ਹੈ, ਆਨਲਾਈਨ ਪੋਰਟਲ ਆ ਵੀ ਇਹ ਜਿਹੜਾ ਆ ਵਿਵਾਦ ਕੀ ਹੁੰਦਾ ਡਿਸਪਿਊਟ, ਠੀਕ ਹੈ, ਸੋ ਵਿਵਾਦ ਸੇ ਵਿਸ਼ਵਾਸ ਤੱਕ ਕਿ ਜੋ ਵੀ ਟੈਕਸ ਰਿਲੇਟਡ ਡਿਸਪਿਊਟ ਆ ਉਹਨੂੰ ਐਮੀਕੇਬਲੀ ਕਿੱਦਾਂ ਸੌਰਟ ਆਊਟ ਕੀਤਾ ਜਾਵੇ, ਠੀਕ ਹੈ। ਸੋ ਇਹਨਾਂ ਦੀ ਇੱਕ ਪੋਰਟਲ ਹੈ, ਇਹਨਾਂ ਦਾ ਇੱਕ ਇਨੀਸ਼ੀਏਟਿਵ ਹੈ CBDT ਵਾਲਿਆਂ ਦਾ, ਸੋ ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦਾ। ਦੈਨ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਪੈਨ ਹੈ, ਠੀਕ ਹੈ, ਸੋ ਪੈਨ ਦੇ ਪਰਮਾਨੈਂਟ ਅਕਾਊਂਟ ਨੰਬਰ ਦੇ ਅੰਡਰ ਸਾਰੇ ਸਿਟੀਜ਼ਨਸ ਜਿਹੜੇ ਕਵਰ ਹੋਣੇ ਚਾਹੀਦੇ ਤਾਂ ਕਿ ਟੈਕਸ ਨਾਲ ਰਿਲੇਟਡ ਜੋ ਵੀ ਬੈਕਲੌਗ ਹੈ ਉਹ ਕਲੀਅਰ ਹੋਵੇ। ਦੈਨ ਉਸ ਤੋਂ ਬਾਅਦ ਜੋ ਵੀ ਰਿਟਰਨ ਆਪਾਂ IT ਰਿਟਰਨਸ ਵਗੈਰਾ ਭਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਸਾਨੂੰ ਕੁਝ ਰੀਫੰਡ ਵੀ ਤੇ ਆਉਂਦਾ ਹੈ ਨਾ, ਜੋ ਸਾਡੀਆਂ ਡਿਡਕਸ਼ਨਸ ਵਗੈਰਾ ਹੁੰਦੀਆਂ ਸਾਰਾ ਕੱਢ ਕੁੱਢ ਕੇ, ਸੋ ਕਹਿੰਦਾ ਕਿ ਉਹ ਜਿਹੜਾ ਪ੍ਰੋਸੈਸ ਆ 4 ਮੰਥਸ ਦੇ ਵਿੱਚ ਕੰਪਲੀਟ ਹੋਣਾ ਚਾਹੀਦਾ ਆ, ਠੀਕ ਆ। ਦੈਨ ਉਸ ਤੋਂ ਬਾਅਦ ਐਟ ਲਾਸਟ ਕਹਿੰਦੇ ਕਿ ਜਿਹੜੇ ਫੋਰਨ ਲੋਕੀ ਹੁੰਦੇ ਨੇ ਬਾਹਰ ਜਾਂਦੇ ਨੇ, ਮਤਲਬ ਇੰਡੀਅਨਸ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਟੈਕਸ ਕਲੀਅਰੈਂਸ ਸਰਟੀਫਿਕੇਟ ਲੈਣਾ ਪੈਂਦਾ ਆ। ਕਹਿੰਦੇ ਵੀ ਇਹ ਚੀਜ਼ ਜਿਹੜੀ ਆ ਖਤਮ ਕਰੋ। ਤੁਹਾਨੂੰ ਪਤਾ ਹੈ ਜਦੋਂ ਖਤਮ ਹੋਈ ਸੀ ਤਾਂ ਸਭ ਤੋਂ ਪਹਿਲਾਂ ਯੂਜ਼ ਜਿਹੜਾ ਵਿਜੇ ਮਾਲਿਆ ਨੇ ਕੀਤਾ, ਵਿਜੇ ਮਾਲ ਲੈ ਗਿਆ। ਜੇ ਟੈਕਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਹੈ ਨਾ, ਇੱਦਾਂ ਦੀ ਕੋਈ ਰਿਕੁਆਇਰਮੈਂਟ ਹੁੰਦੀ ਤੇ ਫਿਰ ਉਹ ਨਹੀਂ ਜਾ ਪਾਉਂਦਾ, ਸੋ ਇਹ ਚੀਜ਼ ਹੈ। ਦੈਨ ਉਸ ਤੋਂ ਬਾਅਦ ਇਹਨਾਂ ਨੇ ਕੁਝ ਪਰਸਨਲ ਇਨਕਮ ਰਿਲੇਟਡ ਵੀ ਜਿਹੜੀਆਂ ਇਹ ਰਿਕਮੈਂਡੇਸ਼ਨਸ ਦਿੱਤੀਆਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਜਿਹੜੇ ਟੈਕਸ ਪੇਅਰਸ ਨੇ ਉਹ ਜੋ ਵੀ ਉਹਨਾਂ ਦੀਆਂ ਜੋ ਡਿਡਕਸ਼ਨਸ ਹੁੰਦੀਆਂ ਨੇ ਉਹ ਉਹਨਾਂ ਦੀ ਟੈਕਸ ਸਲੈਬਸ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਆ। ਜਿੱਦਾਂ ਮੰਨ ਲਓ ਲੱਖ ਤੋਂ ਲੈ ਕੇ 3 ਲੱਖ ਤੱਕ ਜੋ ਬੰਦੇ ਦਾ ਟੈਕਸ ਬਣਦਾ ਆ, ਠੀਕ ਆ, ਉਹਦੇ ਲਈ ਵੱਖਰੀਆਂ ਡਿਡਕਸ਼ਨਸ ਉਹ ਹੋਣੀਆਂ ਚਾਹੀਦੀਆਂ, ਜੋ 3 ਤੋਂ 5 ਲਈ ਵੱਖਰੀਆਂ, 5 ਤੋਂ 10 ਲਈ ਵੱਖਰੀਆਂ, ਠੀਕ ਆ। ਦੈਨ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮਤਲਬ ਜਿਹੜੇ ਲੋਨ ਲੈਂਦੇ ਨੇ ਲੋਕੀ, ਠੀਕ ਹੈ। ਦੂਸਰਾ ਇਹਨਾਂ ਨੇ ਕਿਹਾ ਕਿ ਜਿਹੜੀ ਪਰਸਨਲ ਇਨਕਮ ਦੇ ਉੱਤੇ ਸਰਚਾਰਜ ਆ, ਮਤਲਬ ਇਨਕਮ ਦੇ ਉੱਤੇ ਇਨਕਮ ਟੈਕਸ ਦੇ ਉੱਤੇ ਵੀ ਜਿਹੜਾ ਟੈਕਸ ਲੱਗ ਰਿਹਾ ਜਿਹਨੂੰ ਸਰਚਾਰਜ ਕਹਿ ਰਹੇ ਹੋ ਉਹਨੂੰ ਖਤਮ ਕਰੋ, ਠੀਕ ਆ। ਤੀਸਰਾ ਇਹਨਾਂ ਨੇ ਕਿਹਾ ਕਿ ਜਿਹੜਾ ਮਤਲਬ ਲੋਨ ਤੁਸੀਂ ਲੈਂਦੇ ਹੋ ਉਹਦੇ ਤੇ ਇੰਟਰਸਟ ਸਬਵੈਂਸ਼ਨ ਕੀ ਹੁੰਦਾ ਆ, ਜਿਹੜਾ ਮਤਲਬ ਇੰਟਰਸਟ ਲੱਗਦਾ ਆ ਉਹਨੂੰ ਮਾਫ ਕਰ ਦਿਓ ਜਾਂ ਵੇਵ ਕਰ ਦਿਓ ਬਿਲਕੁਲ ਕੰਪਲੀਟਲੀ, ਤੇ ਜਾਂ ਉਹਨੂੰ ਥੋੜਾ ਰਿਡਿਊਸ ਕਰ ਦਿਓ। ਜੇ ਮੰਨ ਲਓ 3% ਆ ਤਾਂ 1.5% ਕਰ ਦਿਓ, ਜੇ 2% ਆ ਤਾਂ 0.5% ਕਰ ਦਿਓ, ਇੱਦਾਂ, ਠੀਕ ਆ। ਦੈਨ ਉਸ ਤੋਂ ਬਾਅਦ ਕਹਿੰਦੇ ਵੀ ਇਨਕਰੀਜ਼ ਡਿਡਕਸ਼ਨ ਲਿਮਿਟ, ਹਾਂ ਜੇ ਕੋਈ ਪੈਨਸ਼ਨ ਫੰਡਸ ਵਗੈਰਾ ਨੂੰ ਕੰਟਰੀਬਿਊਟ ਕਰਦਾ ਆ ਤੇ ਉਹਦੀਆਂ ਜਿਹੜੀਆਂ ਡਿਡਕਸ਼ਨ ਲਿਮਿਟਸ ਆ ਉਹਨੂੰ ਵਧਾ ਦਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਕਲੇਮ ਲੈ ਸਕੇ। ਇਹਦੇ ਨਾਲ ਕੀ ਹੋਏਗਾ, ਉਹਨੂੰ ਸੇਵਿੰਗ ਕਰਨ ਦੀ ਜਿਹੜੀ ਹੈਬਿਟ ਆ ਉਹਦੇ 'ਚ ਇਨਕਲਕੇਟ ਹੋਏਗੀ। ਬਟ ਇਹਦੇ ਨਾਲ ਮਤਲਬ ਇਸ ਵੇਲੇ ਲੋਕੀ ਤੈਨੂੰ ਮਤਲਬ ਆਪਣੇ ਬੈਨੀਫਿਟ ਲਈ ਜ਼ਿਆਦਾ ਯੂਜ਼ ਕਰਦੇ ਆ ਨਾ ਇਹਨਾਂ ਚੀਜ਼ਾਂ ਨੂੰ। ਦੈਨ ਇਸ ਤੋਂ ਇਲਾਵਾ ਕੁਝ ਰਿਕਮੈਂਡੇਸ਼ਨਸ ਇਹਨਾਂ ਦੀਆਂ ਇਹ ਸੀਗੀਆਂ ਕਿ ਜਿਵੇਂ ਲਿਸਟਡ ਕੰਪਨੀਜ਼ ਹੈਗੀਆਂ ਨੇ ਜਿਹੜੀਆਂ ਸਟਾਕ ਮਾਰਕੀਟ 'ਤੇ ਲਿਸਟਡ ਨੇ, ਠੀਕ ਹੈ, ਸੋ ਉਹਨਾਂ ਇਹੋ ਜਿਹੀਆਂ ਕੰਪਨੀਜ਼ ਜਿਹੜੀਆਂ ਨੇ ਇਹਨਾਂ ਨੂੰ ਕੈਪੀਟਲ ਗੇਨਸ ਟੈਕਸ, ਠੀਕ ਹੈ, ਔਰ ਦੂਸਰਾ ਇਹਨਾਂ ਨੂੰ ਜਿਹੜੇ ਡਿਵੀਡੈਂਡਸ ਦੇ ਉੱਤੇ ਟੈਕਸ ਵਗੈਰਾ ਪੈਂਦਾ ਆ ਇਹ ਤੋਂ ਇਹਨਾਂ ਨੂੰ ਐਗਜ਼ੈਂਪਟ ਕੀਤਾ ਜਾਣਾ ਚਾਹੀਦਾ ਆ, ਰਾਈਟ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿਹੜਾ ਰੇਟ ਆਫ ਡੈਪਰੀਸੀਏਸ਼ਨ ਆ ਜੋ ਪਲਾਂਟ ਤੇ ਮਸ਼ੀਨਰੀ ਦੇ ਉੱਤੇ ਹੁੰਦਾ, ਮਸ਼ੀਨਰੀਜ਼ ਤੁਹਾਨੂੰ ਪਤਾ ਡੈਪਰੀਸ਼ੀਏਟ ਤੇ ਕਰਦੀਆਂ ਹੀ ਆ, ਸੋ ਇਹ ਕਹਿੰਦੇ ਵੀ ਉਹ ਵੀ ਇਨਕਰੀਜ਼ ਕਰ ਦਿਓ। ਤੇ ਇਹਨਾਂ ਨੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਸੁਜੈਸਟ ਕੀਤੀ ਸੀ ਜੋ ਨਹੀਂ ਹੋਈ ਕਿ ਮਿਨੀਮਮ ਆਲਟਰਨੇਟ ਟੈਕਸ ਜਿਹੜਾ ਉਹਨੂੰ ਖਤਮ ਕਰ ਦਿਓ, ਠੀਕ ਹੈ। ਸੋ ਇਹ ਸੀਗੀਆਂ ਰਿਕਮੈਂਡੇਸ਼ਨਸ ਤੇ ਇਹ ਸੀਗੇ ਸਾਰੇ ਟੈਕਸ ਰਿਫਾਰਮਸ ਜਿਹੜੇ ਹੁਣ ਤੱਕ ਹੋਏ ਆ। ਐਂਡ ਉਸ ਤੋਂ ਬਾਅਦ ਜਿਹੜਾ ਮੇਜਰ ਰਿਫਾਰਮ ਹੋਇਆ ਆ ਸਾਡੀ ਕੰਟਰੀ ਦੇ ਵਿੱਚ GST ਹੈ ਨਾ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਵਿਦ ਐਗਜ਼ਾਮਪਲਸ, ਠੀਕ ਹੈ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ